ਅੱਜ ਨਸ਼ਾ ਵਿਕਦਾ ਆ। ਮੈਂ ਤੁਹਾਡੇ ਚੈਨਲ ਦੇ ਦਾਅਵੇ ਨਾਲ ਕਹਿ ਸਕਦਾ ਕਿ 99% ਕੋਈ ਪੋਲੀਟੀਕਲ ਬੰਦਾ ਇਨਵੋਲਵ ਨਹੀਂ ਹੋਊਗਾ ਔਰ ਪੁਲਿਸ ਸਿੱਧੇ ਤੌਰ ਤੇ ਇਨਵੋਲਵ ਆ। ਜਿੱਥੇ ਜਿੱਥੇ ਵੀ ਇਹਨਾਂ ਦੇ ਆਪੋਜੀਟ ਆਦਮੀ ਨੇ ਉੱਥੇ ਉੱਥੇ ਕਿਉਂ ਈਡੀ ਜਾਂਦੀ ਹੈ? ਯੋਗੀ ਨੂੰ ਕਿਉਂ ਨਹੀਂ ਈਡੀ ਨੇ ਜਾਇਆ? ਉਹ 10 ਕਰੋੜ ਰੁਪਇਆ ਤਾਂ ਮਿਲਿਆ ਨਾ ਜੀ, ਕਿਸੇ ਦਾ ਤਾਂ ਸੀਗਾ ਨਾ, ਉਹ 10 ਕਰੋੜ ਦਾ ਹਿਸਾਬ ਦੇ ਦੇਣਾ ਚਾਹੀਦਾ। ਜਦੋਂ ਈਡੀ ਜਿਨ੍ਹਾਂ ਦੀ ਆ 10 ਕਰੋੜ ਵੀ ਉਹਨਾਂ ਦਾ ਹੀ ਹੈ। ਮਤਲਬ ਉਹਨਾਂ ਨੇ ਆਪ ਨਾਲ ਲੈ ਕੇ ਇਸ ਈਡੀ ਤੁਹਾਡਾ ਕਹਿੰਦਾ 100% ਜੀ ਸਿੱਧੂ ਸਾਹਿਬ ਨੂੰ ਪਤਾ, ਇਹਨਾਂ ਨੂੰ ਬਾਈ ਨੇਮ ਦੱਸਣੇ ਇਹਦੇ ਵੀ ਫਲਾਣਾ ਲੀਡਰ ਜਿਹੜਾ ਉਹ ਮਾਫੀ ਹੈ, ਕਿਉਂਕਿ ਇਹਦਾ ਬਲੇਮ ਤੇ ਹੁਣ ਹਰ ਇੱਕ ਤੇ ਜੀ ਕਰ, ਜਿਹੜਾ ਵੀ ਬੰਦਾ ਨਹੀਂ ਚੰਗਾ ਲੱਗਦਾ ਉਹਨੂੰ ਬਲੇਮ ਤੇ ਮੈਂ ਵੀ ਕਰ ਸਕਦਾ ਕੁਝ। ਮੈਂ ਤੁਹਾਡੇ ਚੈਨਲ ਰਾਹੀਂ ਦਾਅਵੇ ਨਾਲ ਕਹਿਣਾ, ਇੱਕ ਦਿਨ ਵੀ ਕੋਈ ਐਜੀਟੇਸ਼ਨ ਕੇਜਰੀਵਾਲ ਸਾਹਿਬ ਨੇ ਦਿੱਲੀ 'ਚ ਕੀਤਾ ਹੋਵੇ, ਇੱਕ ਦਿਨ ਵੀ ਕਿਸਾਨੀ ਸੰਯੁਕਤ ਮੋਰਚੇ ਦੇ ਐਜੀਟੇਸ਼ਨ ਨੂੰ ਦਿੱਲੀ 'ਚ ਲਾਗੂ ਕੀਤਾ ਹੋਵੇ, ਮੈਂ ਰਾਜਨੀਤੀ ਛੱਡ ਦੂੰਗਾ। ਸਾਡੇ ਨਾਲ MP ਗੁਰਜੀਤ ਸਿੰਘ ਔਜਲਾ ਸਾਹਿਬ, ਪਹਿਲੇ ਤਾਂ 26 ਜਨਵਰੀ ਦੀ ਤੁਹਾਨੂੰ ਅੱਜ ਵਧਾਈਆਂ ਬਹੁਤ-ਬਹੁਤ। ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਗਣਤੰਤਰ ਦਿਵਸ ਦੀਆਂ। 73ਵਾਂ ਗਣਤੰਤਰ ਦਿਵਸ ਅਸੀਂ ਮਨਾ ਰਹੇ ਹਾਂ ਔਰ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਆਜ਼ਾਦੀ ਲੈ ਕੇ ਦਿੱਤੀ, ਜਿਨ੍ਹਾਂ ਨੇ ਸਾਨੂੰ ਹੱਕ ਹਕੂਕ ਦਿੱਤੇ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਦੀ ਸੰਰਚਨਾ ਕੀਤੀ ਔਰ ਅੱਜ ਦੇ ਦਿਨ ਉਹ ਸੰਵਿਧਾਨ ਲਾਗੂ ਹੋਇਆ। ਅੱਜ ਦੇ ਦਿਨ ਤੋਂ ਸਾਨੂੰ ਜਿਹੜਾ ਇਸ ਸਮਾਜ ਦੇ ਵਿੱਚ ਕਿੱਦਾਂ ਜਿਉਣਾ ਹੈ ਔਰ ਕੀ ਹੱਕ ਹਕੂਕ ਨੇ, ਇਹ ਸਾਨੂੰ ਸੰਵਿਧਾਨ ਨੇ ਦਿੱਤੇ ਹੈ। ਪਰ ਔਜਲਾ ਸਾਹਿਬ ਕਿਹਾ ਜਾ ਰਿਹਾ 73ਵਾਂ ਗਣਤੰਤਰ ਦਿਵਸ ਤੇ ਮਨਾਇਆ ਜਾ ਰਿਹਾ, ਇਹ ਕਿਹਾ ਜਾ ਰਿਹਾ ਵੀ ਅੰਗਰੇਜ਼ਾਂ ਦੇ ਗੁਲਾਮੀ ਤੋਂ ਬਾਅਦ ਅਸੀਂ ਕਾਲਿਆਂ ਦੇ ਗੁਲਾਮ ਹੋ ਗਏ। ਨਹੀਂ, ਇਹ ਗੱਲਾਂ ਹੀ ਨੇ। ਕਾਲਿਆਂ ਦੇ ਗੁਲਾਮ ਕਿਸ ਤਰ੍ਹਾਂ? ਹੁਣ ਸਾਰੇ ਸਾਨੂੰ ਹੱਕ ਹਕੂਕ ਹੈ ਆਪਣੀ ਗੱਲ ਰੱਖਣ ਦਾ, ਆਪਣੀ ਆਵਾਜ਼ ਰੱਖਣ ਦਾ, ਕੋਈ ਇਹੋ ਜਿਹੀ ਗੁਲਾਮੀ ਵਾਲੀ ਗੱਲ ਤੇ ਨਹੀਂ ਹੈਗੀ। ਉਹਦੇ 'ਚ ਦੇਖੋ, ਜਦੋਂ ਰਾਜਨੀਤਿਕ ਪਾਰਟੀਆਂ ਦੀ ਗੱਲ ਹੁੰਦੀ ਹੈ ਤੇ ਉਹ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਪੱਖ ਦੇ ਤਰੀਕੇ ਦੇ ਨਾਲ, ਹਰ ਇੱਕ ਤਰੀਕੇ ਨਾਲ ਉਹ ਜ਼ਰੂਰ ਉੱਥੇ ਕੋਈ ਫਰਕ ਪੈ ਜਾਂਦਾ, ਅਦਰਵਾਈਜ਼ ਕੋਈ ਐਡੀ ਗੁਲਾਮੀ ਵਾਲੀ ਗੱਲ ਨਹੀਂ। ਜਿਹੜਾ ਤੁਸੀਂ ਅੰਗਰੇਜ਼ਾਂ ਨਾਲ ਤੁਲਨਾ ਨਹੀਂ ਇਹਦੀ ਕਰ ਸਕਦੇ। ਅੱਜ ਸੁਖਬੀਰ ਸਿੰਘ ਬਾਦਲ ਨੇ ਤੇ ਹਰਸਿਮਰਤ ਕੌਰ ਬਾਦਲ ਨੇ ਇਹ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਦਾ ਨਾਂ ਡਰੱਗ 'ਚ ਘਸੀਟ ਕੇ ਸਿਆਸਤ ਕੀਤੀ ਜਾ ਰਹੀ ਹੈ। ਜੇ ਬਿਕਰਮ ਸਿੰਘ ਮਜੀਠੀਆ ਚਿੱਟਾ ਵੇਚਣ 'ਚ ਸ਼ਾਮਲ ਹੋਏ ਤੇ ਸੁਖਬੀਰ ਹੋਣਾ ਨੇ ਕਿਹਾ ਮੈਂ ਸਿਆਸਤ ਛੱਡ ਦੂੰਗਾ, ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰੱਬ ਉਹਦਾ ਜੇ ਉਹ ਸ਼ਾਮਲ ਹੋਏਗਾ ਤੇ ਅਸੀਂ ਸਿਆਸਤ ਛੱਡ ਦਿਆਂਗੇ। ਦੇਖੋ, ਮੇਰਾ ਮੰਨਣਾ ਹੈ ਕਿ ਜਿਹੜੇ ਆਰਡਰ ਆਏ ਨੇ ਡਿਸਟ੍ਰਿਕਟ ਸੈਸ਼ਨ ਕੋਰਟ ਦੇ ਤੇ ਹਾਈ ਕੋਰਟ ਦੇ, ਉਹ ਦੋਨੋਂ ਹੀ ਮੇਰਾ ਖਿਆਲ ਪੜ੍ਹ ਲੈਣੇ ਚਾਹੀਦੇ ਤੇ ਇਹਨਾਂ ਨੂੰ ਆਪਣਾ ਪੱਖ ਮਜ਼ਬੂਤੀ ਨਾਲ ਹਾਈ ਕੋਰਟ ਵਿੱਚ ਰੱਖਣਾ ਚਾਹੀਦਾ, ਕਿਉਂਕਿ ਹੁਣ ਲੋਕਾਂ ਨੇ ਤੇ ਇਹਨਾਂ ਨੂੰ ਬਰੀ ਕਰਨਾ ਨਹੀਂ, ਕਰਨਾ ਤੇ ਕਾਨੂੰਨ ਨੇ ਹੈ ਤੇ ਕਾਨੂੰਨ 'ਚ ਜਾ ਕੇ ਪੱਖ ਰੱਖਣ ਔਰ ਸਿਆਸਤ ਨਾ ਛੱਡਣ, ਸਿਆਸਤ ਕਰਨ ਪਰ ਚੰਗੀ ਸਿਆਸਤ ਕਰਨ, ਮਾੜੀ ਸਿਆਸਤ ਨਾ ਕਰਨ। ਔਜਲਾ ਸਾਹਿਬ, ਇੱਕ ਬੇਅਦਬੀ ਦਾ ਮਾਮਲਾ ਸੀਗਾ, ਬੇਅਦਬੀ ਦੀਆਂ ਦੇਖੋ ਘਟਨਾਵਾਂ ਵੱਧ ਰਹੀਆਂ, ਬੇਅਦਬੀ ਦੇ ਦੋਸ਼ੀ ਨੂੰ ਵੀ ਹਜੇ ਵੀ ਕਿਸੇ ਨੂੰ ਸਜ਼ਾ ਨਹੀਂ ਹੋਈ, ਕੀ ਕਿਤੇ ਨਾ ਕਿਤੇ ਕਮੀ ਕਿੱਥੇ ਰਹਿ ਗਈ ਹੈ? ਦੇਖੋ, ਜਦੋਂ ਬਾਰ-ਬਾਰ ਸਿੱਟਸ ਬਣ ਗਈਆਂ ਉਹਦੇ 'ਚ ਕੋਈ ਸ਼ੱਕ ਨਹੀਂ, ਜਿਹੜੇ 20 ਸਾਲ ਰਹੇ ਆ ਉਹ ਕਪਤਾਨ ਸਾਹਿਬ ਤੇ ਇਹਨਾਂ ਰਲ ਕੇ ਰਾਜ ਕੀਤਾ ਪੰਜਾਬ ਦੇ ਉੱਤੇ। ਕਪਤਾਨ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੂੰ ਬਚਾਉਣ ਦੀ, ਔਰ ਜਦੋਂ ਬਾਰ-ਬਾਰ ਸਿੱਟ ਤੁਸੀਂ ਬਣਾਈ ਜਾਓਗੇ ਉਹਨਾਂ ਦੇ ਪੱਖਾਂ ਨੂੰ, ਕਿਉਂਕਿ ਜਿਹੜਾ ਬਚਾਅ ਪੱਖ ਹੁੰਦਾ ਆ ਉਹ ਆਪਣਾ ਬਚਾਅ ਕਰਨ ਵਾਸਤੇ ਉਹਨੂੰ ਮੌਕਾ ਮਿਲਦਾ ਜਾਂਦਾ ਹੈ। ਔਰ ਕਾਨੂੰਨ ਦੇ ਅੱਗੇ ਜਦੋਂ ਤੁਸੀਂ ਕੋਰਟ 'ਚ ਜਾਣਾ ਹੈ ਫਿਰ ਸਾਰੇ ਪੱਖ ਵੇਖਣੇ ਪੈਂਦੇ ਆ। ਹੁਣ ਵੀ ਜਦੋਂ ਤੁਸੀਂ ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ ਨੇ ਜਦੋਂ 10ਵਾਂ ਚਲਾਨ ਹੀ ਨਹੀਂ ਪੇਸ਼ ਕੀਤਾ, ਜੇ 10ਵਾਂ ਚਲਾਨ ਪੇਸ਼ ਕਰ ਦਿੰਦੇ ਤੇ ਕੰਮ ਉੱਥੇ ਮੁੱਕ ਜਾਂਦਾ ਜਾਂ ਉੱਥੋਂ ਗੱਲ ਅੱਗੇ ਤੁਰਦੀ। ਉਹ ਸਾਰੀ ਸਿੱਟ ਦੀ ਕੀਤੀ ਕਰਾਈ ਮਿਹਨਤ ਵੀ ਖਤਮ ਹੋ ਗਈ। ਉਹ ਕਿਉਂ ਨਹੀਂ ਕੀਤਾ ਇਹ ਤੇ ਹੁਣ ਉਹ ਜ਼ਿਆਦਾ ਦੱਸ ਸਕਦੇ ਆ। ਸੋ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਨੇ ਜਿਹਦੇ ਕਰਕੇ ਇਹ ਜਿਹੜਾ ਨਿਆਂ ਆ ਇਹ ਸਹੀ ਦਿਸ਼ਾ ਨਹੀਂ ਲੈ ਸਕਿਆ, ਔਰ ਕਾਸ਼ ਇਹਨਾਂ ਦੇ ਮਨ ਦੇ ਵਿੱਚ ਦਰਦ ਹੁੰਦਾ ਜਿਹੜੇ ਲੋਕ ਰਾਜ 20 ਸਾਲ ਕੀਤਾ ਆ, ਤੇ ਇਹ ਜ਼ਰੂਰ ਨਿਆਂ ਮਿਲਦਾ ਇਹਨਾਂ ਚੀਜ਼ਾਂ ਦਾ। ਔਜਲਾ ਸਾਹਿਬ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਬਣਾਉਣ ਵਾਸਤੇ, ਮੰਤਰੀ ਬਣਾਉਣ ਵਾਸਤੇ ਮੈਨੂੰ ਪਾਕਿਸਤਾਨ ਤੋਂ ਕਾਲ ਆਈ ਹੈ, ਤੇ ਨਹੀਂ ਬਣਾਉਣਾ ਚਾਹੀਦਾ ਆਪਾਂ ਨੂੰ ਜੇ ਉੱਥੋਂ ਕਾਲ ਆਈ ਹੈ ਤੇ ਆਪਾਂ ਨੂੰ ਨਹੀਂ ਕਾਲ ਦੇ ਤਵੱਜੋ ਦੇਣੀ ਚਾਹੀਦੀ, ਉਦੋਂ ਹੀ ਖੁਲਾਸਾ ਕਰਨਾ ਚਾਹੀਦਾ ਸੀ। ਉਹ ਵੀ ਕਹਿ ਰਹੇ ਕਿ ਤਮਾਮ ਜਿੰਨੇ ਵਿਧਾਇਕ ਨੇ ਉਹ ਮਾਫੀਆ 'ਚ ਸ਼ਾਮਲ ਨੇ, ਰੇਤ ਖਨਨ ਮਾਫੀਆ 'ਚ ਸ਼ਾਮਲ ਨੇ, ਮੇਰੇ ਕੋਲ ਸਭ ਦੀਆਂ ਫਾਈਲਾਂ ਗਈਆਂ। ਮੈਨੂੰ ਇਹ ਨਹੀਂ ਗੱਲ ਸਮਝ ਆ ਰਹੀ, ਕਪਤਾਨ ਸਾਹਿਬ ਨੂੰ ਪੰਜਾਬ ਨੇ ਮੁੱਖ ਮੰਤਰੀ ਬਣਾ ਦਿੱਤਾ, ਹੁਣ ਉਹ ਮਾਫੀਆ ਨੂੰ ਕਿਉਂ ਪਾਲਣ ਦਿੱਤਾ, ਇਹਦਾ ਜਵਾਬ ਤੇ ਉਹਨਾਂ ਕੋਲ ਪੰਜਾਬ ਨੂੰ ਮੰਗਣਾ ਚਾਹੀਦਾ। ਪੰਜਾਬ ਨੇ ਤੇ ਨਹੀਂ ਰੋਕਿਆ, ਕੋਈ ਅਧਿਕਾਰ ਤੁਹਾਨੂੰ ਘੱਟ ਤੇ ਨਹੀਂ ਕਿ ਕਾਨੂੰਨ ਦੇ DGP ਤੁਹਾਡੇ ਕੋਲ ਸੀ, ਕਿਉਂ ਇਹਨੂੰ ਵਧਣ ਦਿੱਤਾ? ਹੁਣ ਅੱਜ ਆਪਾਂ ਕਹੀਏ ਕਿ ਮੈਨੂੰ ਮੇਰੇ ਥੱਲੇ ਵੱਧਦਾ ਰਿਹਾ ਤੇ ਇਹਦਾ ਮਤਲਬ ਦੋਸ਼ੀ ਤੁਸੀਂ ਪੰਜਾਬ ਦੇ ਹੈਗੀ ਜੀ। ਅਸੀਂ ਤੇ ਪਹਿਲਾਂ ਮੰਨਿਆ ਇਸ ਚੀਜ਼ ਨੂੰ, ਇਹ ਤਾਂ ਖੁਦ ਆਪ ਇਸ ਚੀਜ਼ ਨੂੰ ਪੁਖਤਾ ਸਬੂਤ ਕਰ ਰਹੇ ਕਿ ਮੈਂ ਹੀ, ਮੇਰੇ ਅੰਡਰ ਹੀ ਸਭ ਕੁਝ ਹੋਇਆ, ਕਿਉਂਕਿ ਮੁੱਖ ਮੰਤਰੀ ਕੋਲ ਬਹੁਤ ਪਾਵਰ ਹੁੰਦੀ। ਮੁੱਖ ਮੰਤਰੀ ਦੇ ਅੰਡਰ ਕੋਈ ਚੀਜ਼ ਗਲਤ ਹੁੰਦੀ ਹੈ ਤੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੁੰਦਾ ਹੈ। ਤੇ ਜੇ ਕਾਂਗਰਸ ਪਾਰਟੀ ਨੇ ਚੀਜ਼ਾਂ ਵੇਖੀਆਂ ਸੀ ਤੇ ਆਵਾਜ਼ ਸਾਨੂੰ ਬਾਹਰੋਂ ਨਹੀਂ ਆਈ, ਅਸੀਂ ਆਪ ਆਵਾਜ਼ ਉਠਾ ਕੇ ਉਹਨਾਂ ਨੂੰ ਉਤਾਰਿਆ। ਇਹ ਸਾਡੀ ਪਾਰਟੀ ਦੇ ਲੀਡਰ ਸਾਹਿਬਾਨ ਨੇ। ਅੱਛਾ, ਹੁਣ ਜਿਵੇਂ ਉਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਮੰਤਰੀ ਸੀ ਉਹਨਾਂ ਆਰੋਪ ਲੱਗਿਆ ਸੀਗਾ ਮੀ ਟੂ ਦਾ, ਉਹਨਾਂ ਨੇ ਇਹ ਵੀ ਕਹਿਣਾ ਕਿ ਮੈਂ ਮੀ ਟੂ ਵਾਸਤੇ ਉਦੋਂ ਮੇਰੇ ਕੋਲੇ ਮਾਫੀ ਮੰਗਣ ਆਇਆ ਸੀ ਤੇ ਮੈਂ ਇਹਨਾਂ ਦੀ ਉਦੋਂ ਜਾਨ ਛਡਾਈ ਸੀਗੀ। ਇਹ ਸਭ ਤੁਹਾਨੂੰ ਕੀ ਲੱਗਦਾ ਵੀ ਇਹ ਸਭ ਰਾਜਨੀਤੀ ਹੈ? ਇਹ ਦੇਖੋ, ਜਾਨ ਨਹੀਂ ਛਡਾਈ। ਉਹਨਾਂ ਨੇ ਕਿਹਾ ਕਿ ਜਿਹੜੀ ਘਟਨਾ ਹੋਈ ਸੀ ਉਹਦੇ ਪ੍ਰਤੀ ਜਦੋਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹਨਾਂ ਨੇ ਕਿਹਾ ਜਿਹੜਾ ਸ਼ਿਕਾਇਤ ਕਰਤਾ ਉਹਨੂੰ ਤੁਸੀਂ ਮਤਲਬ ਤਸੱਲੀ ਦੇ ਦਿਓ। ਜੇ ਸ਼ਿਕਾਇਤਕਰਤਾ ਦੀ ਤਸੱਲੀ ਹੋਈ ਤੇ ਉਹਦੇ 'ਚ ਮਾਫੀ ਮੰਗਾਉਣ ਵਾਲੀ ਤਾਂ ਗੱਲ ਕੋਈ ਹੋਈ ਨਹੀਂ। ਉਹਦੇ ਸ਼ਿਕਾਇਤਕਰਤਾ ਨੇ ਕਈ ਵਾਰੀ ਹੋ ਸਕਦਾ ਕੋਈ ਫਰਕ ਪਿਆ ਹੋਵੇ ਕਿਸੇ ਗੱਲ ਕਹਿਣ 'ਚ, ਸੁਣਨ ਦੇ ਵਿੱਚ। ਸੋ ਜਦੋਂ ਉਹਨਾਂ ਦਾ ਆਪਸੀ ਬਹਿ ਕੇ ਗੱਲਬਾਤ ਹੋ ਗਈ ਤਾਂ ਉਸ ਤੋਂ ਬਾਅਦ ਉਹ ਕੇਸ ਉੱਥੇ ਹੀ ਰੁਕ ਗਿਆ। ਕੁਦਰਤੀ ਗੱਲ ਸੀ, ਜਦੋਂ ਸ਼ਿਕਾਇਤਕਰਤਾ ਬੰਦ ਨਹੀਂ ਅੱਗੇ ਤੁਰੇਗਾ
ਤੇ ਸਰਕਾਰ ਕੀ ਇਨਵੈਸਟੀਗੇਸ਼ਨ ਕਰੇਗੀ। ਪਰ ਜਿੰਨੇ ਐਲੀਗੇਸ਼ਨ ਸੀਐਮ ਸਾਹਿਬ ਮਾਨਯੋਗ ਸਾਬਕਾ ਸੀਐਮ ਸਾਹਿਬ ਲਾ ਰਹੇ ਆ, ਉਹਨਾਂ ਨੂੰ ਮਤਲਬ 4.5 ਸਾਲ ਜਿਹੜਾ ਪੰਜਾਬ ਨੇ ਮੌਕਾ ਤਾਂ ਹੁਣ ਗੱਲ ਤੇ ਲੋਕਾਂ ਦੀ ਹੈ। ਜਦੋਂ ਲੋਕ ਨਹੀਂ ਚਾਹੁੰਦੇ, ਹੁਣ ਜਦੋਂ ਲੋਕ ਚਾਹੁੰਦੇ ਸੀ, ਅੱਜ ਅਸੀਂ ਕੋਈ ਮੁੱਖ ਮੰਤਰੀ ਅਨਾਉਂਸ ਨਹੀਂ ਕਰ ਰਹੇ, ਨਾ ਕਦੀ ਕਿਸੇ ਸਟੇਟ 'ਚ ਕੀਤਾ ਹੈ ਜਿਹੜੀਆਂ ਪਹਿਲਾਂ ਇਲੈਕਸ਼ਨਾਂ ਸਿਰਫ ਕਪਤਾਨ ਸਾਹਿਬ ਨੂੰ ਕੀਤਾ, ਕਿਉਂਕਿ ਲੋਕ ਚਾਹੁੰਦੇ ਸੀ। ਜੇ ਲੋਕ ਚਾਹੁੰਦੇ ਸੀ ਕਿ ਨਹੀਂ ਨਿਆਂ ਮਿਲਿਆ ਤੇ ਪਾਰਟੀ ਦੇ ਲੋਕਾਂ ਨੇ ਫਿਰ ਰਹੀ ਰਿਕੁਐਸਟ ਵੀ ਕੀਤੀ ਕਿ ਤੁਸੀਂ ਸਾਈਡ 'ਤੇ ਹੋ ਕੇ ਬੈਠ ਜਾਓ, ਕੋਈ ਗੱਲ ਨਹੀਂ, ਪਾਰਟੀ ਨੇ ਬਹੁਤ ਕੁਝ ਤੁਹਾਨੂੰ ਦਿੱਤਾ, ਤੁਸੀਂ ਪਾਰਟੀ ਨੂੰ ਬਹੁਤ ਕੁਝ ਦਿੱਤਾ, ਤੇ ਆਪਾਂ ਨੂੰ ਇੱਕ ਚੰਗੀ ਰਾਜਨੀਤੀ ਪੱਖ 'ਚ ਕਰਨੀ ਚਾਹੀਦੀ ਹੈ। ਪਰ ਉਹ ਹੁਣ ਪਤਾ ਨਹੀਂ ਕਿਸ ਸੰਦਰਭ ਦੇ ਵਿੱਚ ਇੰਨੇ ਕਾਹਲੇ ਪਏ ਨੇ ਕਿ ਉਹਨਾਂ ਨੂੰ ਲੱਗ ਰਿਹਾ ਕਿ ਮੈਂ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ 'ਤੇ ਦੁਬਾਰਾ ਕਾਬਜ ਹੋ ਜਾ। ਮੇਰਾ ਖਿਆਲ ਇਹ ਲੋਕਾਂ ਨੇ ਫੈਸਲਾ ਕਰਨਾ ਹੈ, ਤੇ ਲੋਕ ਮੇਰਾ ਖਿਆਲ ਦਿਨ ਤੇ ਸਾਰੇ 20 ਰਹਿ ਗਏ ਨੇ, ਫੈਸਲਾ ਆ ਹੀ ਜਾਣਾ। ਔਜਲਾ ਸਾਹਿਬ, ਉਦੋਂ ਇਹ ਨਾਅਰਾ ਦਿੱਤਾ ਗਿਆ ਸੀ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਇਸ ਵਾਰੀ ਕਾਂਗਰਸ ਕੀ ਨਾਅਰਾ ਦੇਣ ਜਾ ਰਹੀ ਹੈ? ਇਹ ਤਾਂ ਸਾਡਾ ਜਿਹੜੇ ਮੈਨੀਫੈਸਟੋ ਬਣਾਉਂਦੇ ਨੇ ਜਾਂ ਜਿਹੜਾ ਕੰਪੇਨ ਕਰਨਗੇ, ਉਹਨਾਂ ਦੇ ਇਹ ਸਵਾਲ ਨੇ, ਉਹ ਬਣਾ ਕੇ ਭੇਜਣਗੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ। ਅੱਛਾ, ਇਹ ਜਿਵੇਂ ਦੇਖੋ, ਇੱਕ ਪਹਿਲੇ ਲੱਗ ਰਿਹਾ ਸੀ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਉਹ ਕਹਿੰਦੇ ਰਹੇ ਮੈਂ ਆਮ ਲੋਕਾਂ ਦਾ ਮੰਤਰੀ ਹਾਂ। ਕਈ ਜਗ੍ਹਾ ਤੇ ਉਹਨਾਂ ਨੇ ਦੇਖੋ ਘਰ ਘਰ ਜਾ ਕੇ ਕਈਆਂ ਦੀ ਜਗ੍ਹਾ ਰੋਟੀ ਵੀ ਖਾਧੀ, ਪਰ ਜਦੋਂ ਦਾ ਈਡੀ ਨੇ ਉਹਨਾਂ ਦੇ ਭਾਂਜੇ ਦੇ ਘਰ ਰੇਡ ਕੀਤਾ, 10 ਕਰੋੜ ਰੁਪਇਆ ਬਰਾਮਦ ਹੋਇਆ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇੱਥੇ ਕਾਂਗਰਸ ਦੀ ਸਾਖ ਨੂੰ ਧੱਕਾ ਲੱਗਿਆ? ਨਹੀਂ, ਉਹ ਨਹੀਂ ਗੱਲ। ਜਿਹੜਾ 10 ਕਰੋੜ ਜਾਂ ਈਡੀ ਦੇ ਰੇਟ ਦੀ ਗੱਲ ਹੈ ਨਾ, ਉਹ ਬੀਜੇਪੀ ਨਾਲ ਤੁਸੀਂ ਜੋੜ ਕੇ ਦੇਖੋ ਨਾ ਸਾਰੀ ਗੱਲ। ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ, ਜਿਹੜਾ ਆਮ ਆਦਮੀ ਪਾਰਟੀ ਹੈ, ਇਹ ਬੀ ਟੀਮ ਹੈ ਬੀਜੇਪੀ ਦੀ, ਔਰ ਮੈਂ ਸਾਬਤ ਕਰਦਾ ਤੁਹਾਨੂੰ, ਇਹ ਗੱਲ ਤੁਸੀਂ ਮੰਨ ਲਓ। ਸਭ ਤੋਂ ਵੱਡਾ ਸੰਘਰਸ਼ ਇਸ ਵੇਲੇ ਜਿਹੜਾ ਪਿਛਲੇ 1 ਸਾਲ 'ਚ ਹੋਇਆ, ਉਹ ਕਿਸਾਨੀ ਸੰਘਰਸ਼ ਸੀ, ਜਿੱਥੇ ਕਿਸਾਨ ਦੀ ਔਰ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਬਿੱਲ ਸੀ। ਜਮਾਖੋਰੀ ਦਾ ਸਭ ਤੋਂ ਵੱਡਾ ਬਿੱਲ ਸੀ ਅਸੈਂਸ਼ੀਅਲ ਕਮੋਡਿਟੀ ਐਕਟ ਅਮੈਂਡਮੈਂਟ, ਜਿਹੜਾ ਬਿੱਲ ਲੈ ਕੇ ਆਏ ਸੀ, ਉਹ ਸਭ ਤੋਂ ਖਤਰਨਾਕ ਸੀ। ਜਿਹੜੇ ਬੰਦਿਆਂ ਕੋਲ ਜ਼ਮੀਨ ਹੈ ਨਹੀਂ, ਜਿਹੜੇ ਸ਼ਹਿਰਾਂ 'ਚ ਵਸਦੇ ਨੇ, ਤੇ ਸਭ ਤੋਂ ਵੱਡਾ ਅਰਬਨ ਤੇ ਸਬ ਅਰਬਨ ਏਰੀਆ ਜਿਹੜਾ ਸੀ, ਉਹ ਸਟੇਟ ਦਿੱਲੀ ਹੈ। ਮੁੱਖ ਮੰਤਰੀ ਕੌਣ ਹੈ? ਕੇਜਰੀਵਾਲ ਸਾਹਿਬ। ਕਿਸਾਨ ਰੁਕ ਕੇ ਜਾਂਦੇ, ਜਾ ਕੇ ਨਹੀਂ ਜਾਣ ਦਿੱਤਾ ਜਾਂਦਾ, ਸਿੰਘੂ ਬਾਰਡਰ ਟਿੱਕਰੀ ਬਹਿ ਜਾਂਦੇ ਆ। ਅਸੀਂ 1 ਸਾਲ ਧਰਨਾ ਲਾਇਆ ਜੰਤਰ ਮੰਤਰ, ਉਹ ਕੌਂਸਟੀਚੁਐਂਸੀ ਕੇਜਰੀਵਾਲ ਸਾਹਿਬ ਦੀ ਵਿਧਾਨ ਸਭਾ ਹੈ। ਇੱਕ ਦਿਨ ਵੀ, ਮੈਂ ਤੁਹਾਡੇ ਚੈਨਲ ਰਾਹੀਂ ਦਾਅਵੇ ਨਾਲ ਕਹਿਣਾ, ਇੱਕ ਦਿਨ ਵੀ ਕੋਈ ਐਜੀਟੇਸ਼ਨ ਕੇਜਰੀਵਾਲ ਸਾਹਿਬ ਨੇ ਦਿੱਲੀ 'ਚ ਕੀਤਾ ਹੋਵੇ, ਇੱਕ ਦਿਨ ਵੀ ਕਿਸਾਨੀ ਸੰਯੁਕਤ ਮੋਰਚੇ ਦੇ ਐਜੀਟੇਸ਼ਨ ਨੂੰ ਦਿੱਲੀ 'ਚ ਲਾਗੂ ਕੀਤਾ ਹੋਵੇ, ਮੈਂ ਰਾਜਨੀਤੀ ਛੱਡ ਦੂੰਗਾ। ਮੈਂ ਗੱਲ ਸੁਣੋ, ਉਹ ਕਿਉਂ ਨਹੀਂ ਕੀਤਾ? ਕਿਉਂਕਿ ਉੱਥੇ ਦਿੱਲੀ ਉਹ ਬੈਠੇ ਨੇ ਆਕਾ। ਜੇ ਕਰ ਦਿੰਦੇ ਤੇ ਇਹ ਮਸਲੇ ਇੰਨਾ ਚਿਰ ਲਮਕਣੇ ਨਹੀਂ ਸੀ, ਇਹ ਮਸਲੇ ਬਹੁਤ ਛੇਤੀ ਹੱਲ ਹੋ ਜਾਣੇ। ਦੂਜੀ ਗੱਲ, 3 ਕਾਨੂੰਨ ਜਿਹੜੇ ਨੋਟੀਫਾਈ ਕੀਤੇ ਆ, ਉਹ ਸਿਰਫ ਇੱਕ ਹੀ ਸਾਡੀ ਵਿਧਾਨ ਸਭਾ ਹੈ ਦਿੱਲੀ ਵਾਲੀ ਜਿਹਨੇ ਨੋਟੀਫਾਈ ਇਹ ਕਾਨੂੰਨ ਕੀਤੇ ਸਾਰੇ ਹਿੰਦੁਸਤਾਨ ਦੇ ਵਿੱਚ। ਇਵਨ ਕਿ ਜਿਹੜੇ ਉਹਨਾਂ ਦੇ ਸਟੇਟ ਸੀ ਬੀਜੇਪੀ ਦੇ, ਉਹਨਾਂ ਵੀ ਨਹੀਂ ਕੀਤੇ। ਇਹਨਾਂ ਨੂੰ ਜਲਦੀ ਸੀ, ਕਿਉਂਕਿ ਇਹਨਾਂ ਦੀ ਸਾਰੇ ਜਿਹੜਾ ਇਹਨਾਂ ਨੂੰ ਹੁਕਮ ਹੁੰਦਾ ਉਹ ਗ੍ਰਹਿ ਮੰਤਰੀ ਤੋਂ ਹੁੰਦਾ। ਤੀਜੀ ਗੱਲ, ਜਿਹੜਾ ਤੁਸੀਂ ਮੈਂ ਉੱਤੇ ਉਹਨਾਂ ਈਡੀ ਦੇ ਰੇਟ ਦੀ ਤੁਸੀਂ ਗੱਲ ਕਰਦੇ, ਜਦੋਂ ਪ੍ਰਧਾਨ ਮੰਤਰੀ ਜੀ ਨੂੰ ਇੱਥੇ ਲੋਕ ਇਕੱਠੇ ਨਹੀਂ ਹੋਏ, ਉਹਨਾਂ ਦੀ ਰੈਲੀ ਫੇਰ ਹੋ ਗਈ। ਚਲੋ ਉਹਨਾਂ ਕਈ ਇਲਜ਼ਾਮ ਲਾਏ, ਉਹਦੀ ਗੱਲ ਹੋ ਰਿਹਾ। ਉਹਨਾਂ ਨੂੰ ਪਤਾ ਲੱਗਾ ਕਿ ਬੀਜੇਪੀ ਬਿਲਕੁਲ ਪੈਰ ਨਹੀਂ ਪਾ ਸਕਦੀ ਪੰਜਾਬ 'ਚ, ਉਹਨਾਂ ਨੇ ਫਿਰ ਬੀ ਟੀਮ ਤੇ ਦਾ ਖੇਡਿਆ। ਜਦੋਂ ਕੇਜਰੀਵਾਲ ਸਾਹਿਬ ਅਨਾਉਂਸਮੈਂਟ ਕਰਦੇ ਨੇ ਭਗਵੰਤ ਜੀ ਨੂੰ, ਸੀਐਮ ਸ਼ੇਰਾ ਉਸੇ ਸਮੇਂ ਈਡੀ ਕੋ ਰੇਡ ਕਰਨ ਆਉਂਦੀ ਹੈ। ਇੱਕ ਨੂੰ ਤਾਂ ਚੁੱਕਣ ਵਾਸਤੇ, ਇੱਕ ਨੂੰ ਭ੍ਰਿਸ਼ਟ ਦਿਖਾਉਣ ਵਾਸਤੇ ਹੋਇਆ ਨਾ। ਕਿਆ ਈਡੀ ਸਾਰਾ ਮੀਡੀਆ ਨਾਲ ਲੈ ਕੇ ਗਈ? ਕਿਆ ਜੇ ਲਾਈਵ ਸਾਰਾ ਕੁਝ ਹੈ? ਕਿਆ ਈਡੀ ਨੇ ਸਾਰਾ ਕੁਝ ਲਾਈਵ ਦਿਖਾਇਆ? ਕੀ ਇਹ ਤੋਂ ਪਹਿਲਾਂ ਲਾਈਵ ਕਦੀ ਪੱਛਮੀ ਬੰਗਾਲ 'ਚ ਚੱਲਿਆ ਜਿਹੜੇ ਈਡੀ ਦੇ ਰੇਡ ਹੋਏ ਆ? ਕਦੀ ਅਸਾਮ 'ਚ ਹੋਏ ਕੋਈ ਰੇਡ ਚੱਲਿਆ? ਕਦੀ ਮਹਾਰਾਸ਼ਟਰ 'ਚ ਹੋਏ? ਕਦੀ ਵਿਖਾਇਆ ਵੀ ਕੀ ਹੋ ਰਿਹਾ? ਕਿਉਂਕਿ ਇਹ ਇੱਕ ਟੂਲ ਹੈ ਸੈਂਟਰ ਗੌਰਮੈਂਟ ਦਾ, ਉਹ ਹਮੇਸ਼ਾ ਹੀ ਅਜੇ ਤੱਕ ਜਿੰਨਾ ਵੀ ਟੂਲ ਯੂਜ਼ ਹੋਇਆ ਸਾਰਾ ਹਿੰਦੁਸਤਾਨ ਜਾਣਦਾ, ਲੋਕ ਜਾਣਦੇ ਆ। ਕਿਆ ਸਾਰੀ ਜਿਹੜੀ ਕਰਪਸ਼ਨ ਹੈ ਉਹ ਜਿਹੜੀ ਜਿੱਥੇ ਸਟੇਟਾਂ 'ਚ ਤੁਹਾਡੇ ਗੌਰਮੈਂਟ ਨਹੀਂ ਉੱਥੇ ਹੀ ਸਾਰੀ ਹੋ ਰਹੀ ਹੈ, ਜਾਂ ਉੱਥੇ ਹੀ ਸਾਰਾ ਕਰ ਰਹੇ ਜੇ? ਔਜਲਾ ਸਾਹਿਬ ਦੇਖੋ, ਉਹ 10 ਕਰੋੜ ਰੁਪਇਆ ਤਾਂ ਮਿਲਿਆ ਨਾ ਜੀ, ਉਹ ਕਿਸੇ ਦਾ ਤਾਂ ਸੀਗਾ ਨਾ, ਉਹ 10 ਕਰੋੜ ਦਾ ਹਿਸਾਬ ਦੇ ਦੇਣਾ ਚਾਹੀਦਾ। ਜਦੋਂ ਈਡੀ ਜਿਨ੍ਹਾਂ ਦੀ ਹੈ, 10 ਕਰੋੜ ਵੀ ਉਹਨਾਂ ਦਾ ਹੀ ਹੈ। ਮਤਲਬ ਉਹਨਾਂ ਨੇ ਆਪ ਨਾਲ ਲੈ ਕੇ ਆਈ ਸੀ ਈਡੀ, ਤੁਹਾਡਾ ਕਹਿੰਦਾ? 100% ਦੇਖੋ, ਜੇ ਨਹੀਂ ਨਾਲ ਲੈ ਕੇ ਆਏ, ਮੈਂ ਕਹਿੰਦਾ ਵੀ ਮੈਂ ਉਹ ਕ੍ਰਾਈਮ ਫੰਡ ਚੱਲਿਆ, ਮੈਂ ਸਾਰਾ ਮੀਡੀਆ ਨਾਲ ਲੈ ਕੇ ਜਾਊਂਗਾ, ਮੈਨੂੰ ਪਤਾ ਉੱਥੇ ਸਾਰਾ ਕੁਝ ਹੈਗਾ। ਜਾਂ ਬੰਦਾ ਉਹਨੂੰ ਜਿੰਦਰਾ ਲੌਕ ਕਰਕੇ ਤੁਹਾਨੂੰ ਬੁਲਾ ਲੈਂਦਾ, ਜੇ ਲਾਈਵ ਚਲਾਉਂਦੇ ਵੀ ਆਹ ਦੇਖੋ ਆਹ ਚੀਜ਼ ਹੈਗੀ। ਹੁਣ ਜਿਹੜੇ ਬੈਗ ਬਾਹਰੋਂ ਗਏ ਆ, ਉਹਦੇ ਨੂੰ ਕੋਈ ਸਰਕਾਰ ਸਾਡੀ ਸੈਂਟਰ 'ਚ ਆਵੇ, ਇਹਦੇ ਨਹੀਂ। ਇਹ ਸਾਰੀ ਇਨਵੈਸਟੀਗੇਸ਼ਨ ਪੱਛਮੀ ਬੰਗਾਲ ਦੀ ਵੀ ਹੋਣ ਵਾਲੀ ਹੈ, ਮਹਾਰਾਸ਼ਟਰ ਦੀ ਵੀ ਹੋਣ ਵਾਲੀ ਹੈ, ਐਮਪੀ ਦੀ ਵੀ ਹੋਣ ਵਾਲੀ ਆ, ਰਾਜਸਥਾਨ ਦੀ, ਜਿੱਥੇ ਵੀ ਇਹਨਾਂ ਦੇ ਆਪੋਜਿਟ ਆਦਮੀ ਨੇ, ਉੱਥੇ ਕਿਉਂ ਈਡੀ ਜਾਂਦੀ ਆ? ਯੋਗੀ ਨੂੰ ਕਿਉਂ ਨਹੀਂ ਈਡੀ ਨੇ ਜਾਇਆ? ਕਿਆ ਉੱਥੇ ਦਹਿਸ਼ਤ ਪਈ ਹੈ? ਜਾ ਕੇ ਯੂਪੀ ਪੁੱਛੋ, ਸਾਰੀ ਬੀਜੇਪੀ ਮਤਲਬ ਛੱਡ ਭੱਜ ਰਹੀ ਹੈ। ਕੀ ਉੱਥੇ ਗਲਤ ਕੰਮ ਨਹੀਂ ਹੋਏ? ਕੀ ਸੈਂਟਰ ਗੌਰਮੈਂਟ 'ਚ ਨਹੀਂ ਹੋ ਰਹੇ? ਕੀ ਰਫੇਲ ਘਪਲਾ ਨਹੀਂ ਹੋਇਆ? ਈਡੀ ਉਹਨਾਂ ਦੇ ਘਰ ਕਿਉਂ ਨਹੀਂ ਜਾਂਦੀ? ਰਫੇਲ ਦਾ ਐਡਾ ਵੱਡਾ ਮਤਲਬ ਘਪਲਾ ਹੋਇਆ, ਉਹਦੀ ਕਹਿੰਦੇ ਵੀ ਜਾਂਚ ਹੋ ਰਹੀ ਹੈ, ਫਰਾਂਸ ਜਾਂਚ ਕਰ ਰਿਹਾ, ਫਰਾਂਸ ਜਾਂਚ ਕਰ ਰਿਹਾ ਉਹਦੀ। ਇਹਦੀ ਜਾਂਚ ਦੀ ਕੀ ਲੋੜ ਸੀ ਕਿ ਜਦੋਂ ਕੇਜਰੀਵਾਲ ਸਾਹਿਬ ਅਨਾਉਂਸਮੈਂਟ ਕਰ ਰਹੇ ਭਗਵੰਤ ਮਾਨ ਉਹਨਾਂ ਨੂੰ, ਤਾਂ ਸੇਮ ਟਾਈਮਿੰਗ ਈਡੀ ਦੀ ਉਹਨਾਂ ਦੇ ਘਰ ਦਸਤਕ ਦੇਣ ਦੀ ਆ। ਇਹ ਇੱਕ ਦਿਨ ਪਹਿਲਾਂ ਕਰ ਲੈਂਦੇ, ਸਵੇਰੇ ਕਰ ਲੈਂਦੇ। ਇਹ ਵੀ ਕਿਹਾ ਜਾ ਰਿਹਾ ਜੇ ਉਹ ਸੀਐਮ ਦੇ ਜਿਹੜੇ ਭਾਂਜੇ ਨੇ ਉਹਨਾਂ ਨੂੰ ਕਮਾਂਡੋ ਦੀ ਸਿਕਿਉਰਿਟੀ ਦਿੱਤੀ ਗਈ, ਉਹਨਾਂ ਦੀ ਗੱਡੀ ਦੇ ਉੱਪਰ ਐਮਐਲਏ ਸਟਿੱਕਰ ਹੀ, ਜਿੱਥੇ ਕੋਈ ਸਰਕਾਰੀ ਫੰਕਸ਼ਨ ਹੁੰਦਾ ਸੀ ਡੀਸੀ ਕਮਿਸ਼ਨਰ ਪਿੱਛੇ ਹੁੰਦੇ ਸੀ, ਉਹਨੂੰ ਅੱਗੇ ਕੀਤਾ ਜਾਂਦਾ ਸੀ। ਸਭ ਕਿਉਂ? ਇੱਥੇ ਤੇ ਸਰਪੰਚ ਕੋਈ ਬਣ ਜਾ, ਉਹਦੇ ਰਿਸ਼ਤੇਦਾਰ ਨਹੀਂ ਨਾਲੋਂ ਉਤਰਦੇ, ਉਹ ਵਿਚਾਰੇ ਚੜੇ ਨਹੀਂ ਤੇ ਗੱਡੀ ਦੇ ਉੱਤੇ, ਉਹ ਤੇ ਫਿਰ ਸੀਐਮਸੀ 'ਚ ਗਏ ਹੋਣਗੇ। ਮੈਂ ਨਹੀਂ ਕਹਿੰਦਾ ਕਿ ਉਹ ਨਹੀਂ ਗਏ ਹੋਣਗੇ,
ਤੁਹਾਨੂੰ ਲੱਗਦਾ ਵੀ ਜਿਹੜੀ ਗੱਲ ਤੇ ਆਈ ਆਪਾਂ ਉਹਨਾਂ ਚੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਕੇ ਵੇਖੋ। ਈਡੀ ਦਾ ਰੇਡ ਕਦੋਂ ਹੋ ਰਿਹਾ? ਜਦੋਂ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਜਾ ਰਿਹਾ ਸੀ। ਇਹ ਬੀ ਟੀਮ ਨਹੀਂ ਤਾਂ ਹੋਰ ਕੀ ਹੈ? ਮਤਲਬ ਤੁਹਾਨੂੰ ਲੱਗਦਾ ਕਿ ਕਾਂਗਰਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ, ਕਿਉਂਕਿ ਇੱਕ ਦਲਿਤ ਚਿਹਰਾ ਕਾਂਗਰਸ ਨੇ ਪਹਿਲੀ ਵਾਰੀ ਸੀਐਮ ਬਣਾਇਆ। ਆਮ ਆਦਮੀ ਪਾਰਟੀ ਨੂੰ ਪਲੱਸ ਕਰਨ ਵਾਸਤੇ, ਇੱਕ ਗਰੀਬ ਜਿਹੜਾ ਮੁੱਖ ਮੰਤਰੀ ਬਣਿਆ ਸੀ ਉਹਨੂੰ ਬਦਨਾਮ ਕਰਨ ਵਾਸਤੇ ਇਹ ਰਲ ਮਿਲ ਕੇ ਸੁਖਬੀਰ ਬਾਦਲ ਹੋ ਗਏ, ਕੈਪਟਨ ਸਾਹਿਬ ਹੋ ਗਏ, ਮਤਲਬ ਬੀਜੇਪੀ ਹੋ ਗਈ, ਇਹ ਸਾਰੇ ਰਲ ਮਿਲ ਕੇ ਖੇਡ ਰਹੇ ਉਹਦੇ ਅਗੇਂਸਟ, ਕਿਉਂਕਿ ਪਰਿਵਾਰਾਂ ਦਾ ਰਾਜ ਰਿਹਾ। ਉਹ ਚਾਹੁੰਦੇ ਸਾਡੇ ਪਰਿਵਾਰਾਂ ਤੋਂ ਬਾਹਰ ਕੋਈ ਬੰਦਾ ਵੇਖੇ ਨਾ ਇਹਨਾਂ ਸੀਟਾਂ ਨਾਲ। ਸੋ ਇਹ ਕਾਰਨ ਹੈ। ਗੁਰਜੀਤ ਜੀ, ਇੱਕ ਲਗਾਤਾਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਨੇ ਜਿਵੇਂ ਕਾਂਗਰਸ ਦੇ, ਉਹ ਕਹਿ ਰਹੇ ਨੇ ਕਿ ਪੰਜਾਬ 'ਚ ਜਿਹੜਾ ਪੈਸਾ ਖਜ਼ਾਨੇ 'ਚ ਜਾਣਾ ਚਾਹੀਦਾ ਉਹ ਲੀਡਰਾਂ ਦੀ ਜੇਬਾਂ 'ਚ ਜਾ ਰਿਹਾ। ਉਹ ਕੌਣ ਲੀਡਰ ਨੇ? ਪਹਿਲਾ ਸਵਾਲ। ਇਹਦੇ ਨਾਲ ਹੀ ਵੀ ਮਾਫੀਆ ਰਾਜ ਦੀ ਵੀ ਗੱਲ ਕੀਤੀ ਜਾਂਦੀ, ਆਖਿਰਕਾਰ ਇਹ ਮਾਫੀਆ ਹੈਗਾ ਕੌਣ ਹੈ? ਦੇਖੋ, ਮਾਫੀਆ ਸਾਰੇ ਪੰਜਾਬ ਦੇ ਸਾਹਮਣੇ, ਜਿਹੜਾ ਲੀਡਰ ਮਾਫੀਆ ਹੈਗਾ ਉਹਨੂੰ ਬਿਲਕੁਲ ਬ੍ਰੇਕ ਕਰਨਾ ਚਾਹੀਦਾ। ਮੈਂ ਤੇ ਆਪ ਇਸ ਗੱਲ ਤੇ ਸਿੱਧੂ ਸਾਹਿਬ ਦੇ ਨਾਲ ਹੈ। 1 ਇੰਚ ਵੀ ਉਹਨੂੰ ਸਪੇਅਰ ਨਹੀਂ ਕਰਨਾ ਚਾਹੀਦਾ। ਜੇ ਸਿੱਧੂ ਸਾਹਿਬ ਨੂੰ ਪਤਾ, ਇਹਨਾਂ ਨੂੰ ਬਾਈ ਨੇਮ ਦੱਸਣੇ ਇਹਦੇ ਵੀ ਫਲਾਣਾ ਲੀਡਰ ਜਿਹੜਾ ਉਹ ਮਾਫੀਆ ਹੈ, ਕਿਉਂਕਿ ਇਹਦਾ ਬਲੇਮ ਤੇ ਹੁਣ ਹਰ ਇੱਕ ਤੇ ਜਿਹੜਾ ਵੀ ਬੰਦਾ ਨਹੀਂ ਚੰਗਾ ਲੱਗਦਾ ਉਹਨੂੰ ਬਲੇਮ ਤੇ ਮੈਂ ਵੀ ਕਰ ਸਕਦਾ ਕੁਝ, ਬਟ ਬਾਈ ਨੇਮ ਜਾਣਦੇ ਕਰੋ। ਪਤਾ ਕਿ ਇਹਦੇ ਨਾਲ ਹੁਣ ਅਸੀਂ ਲੋਕ ਆ, ਅਸੀਂ ਇੱਕ ਚਵਾਨੀ ਦੇ ਰਮਾਦਾਰ ਨਹੀਂ ਹੈਗੇ, ਉਹ ਲੀਡਰਾਂ 'ਚ ਤਾਂ ਫਿਰ ਸਾਰੇ ਹੀ ਆ ਜਾਂਦੇ। ਸਾਰੇ ਨਾ ਬਦਨਾਮ ਹੋਣ, ਜਿਹੜੇ 5 7 10 ਹੈਗੇ ਅਕਾਲੀ ਦਲ ਦੇ ਜਾਂ ਬੀਜੇਪੀ ਦੇ ਜਾਂ ਸਾਡੇ ਕੋਈ ਵੀ ਆ, ਸਿੱਧੂ ਸਾਹਿਬ ਨੂੰ ਬਾਈ ਨੇਮ ਦੇਣੇ ਚਾਹੀਦੇ। ਉਹਨਾਂ ਦਾ ਵੀ ਕਹਿਣਾ ਜੀ 75 25 ਦਾ ਖੇਡ ਚੱਲਦਾ ਵੀ ਇਹ ਸਭ ਰਲੇ ਹੋਏ ਆ। ਮੈਂ ਨਾ ਜਿਹੜੇ ਚੱਲਦੇ ਬਾਈ ਨੇਮ ਦਿਓ ਨਾ। ਵੇਖੋ ਹੁਣ ਸਾਰੇ ਨਹੀਂ ਨਾ ਕਰਦੇ, ਜਿਹੜੇ ਕਰਦੇ ਉਹਨਾਂ ਦਾ ਬਾਈ ਨੇਮ ਦੇ ਦਿਓ ਨਾ। ਬਾਕੀ ਵੇਖੋ ਉਹਦੇ ਨਾਲ ਸਾਰੀ ਜਮਾਤ ਹੀ ਭ੍ਰਿਸ਼ਟ ਲੱਗਦੀ ਹੈ। ਜਿਹੜਾ ਬੰਦਾ ਕੋਈ ਸਾਡੇ ਵਰਗਾ ਆਉਂਦਾ ਉਹ ਵੀ ਭ੍ਰਿਸ਼ਟ ਲੱਗਦਾ, ਦੂਰੋਂ ਤੁਰਿਆ ਆਉਂਦਾ। ਲੋਕ ਸਾਡੇ ਉਸੇ ਨਿਗਾਹ ਦੇ। ਤੇ ਦੇਖੋ ਸੱਚ ਹੈ ਵੀ ਜੇ ਅਧਿਕਾਰੀਆਂ ਦੀ ਔਰ ਨੇਤਾਵਾਂ ਦੀ ਸ਼ਹਿ ਨਾ ਹੋਵੇ ਤੇ ਕੋਈ ਵੀ ਕ੍ਰਾਈਮ ਜਿਹੜਾ ਪਨਪ ਨਹੀਂ ਸਕਦਾ। ਇਹ ਗੱਲ ਤੁਸੀਂ ਮੰਨਦੇ ਹੋ ਕਿ ਨਹੀਂ? ਬੜੀ ਕਲੀਅਰ ਤੁਹਾਨੂੰ ਦੱਸ ਦਿਆਂ, ਮੈਨੂੰ 4 ਸਾਲ ਹੋ ਗਏ ਰਾਜਨੀਤੀ 'ਚ ਆਏ ਨੂੰ। ਅਧਿਕਾਰੀ ਆਪਣੀ ਮਰਜ਼ੀ ਤੋਂ ਬਗੈਰ ਕੁਝ ਵੀ ਨਹੀਂ ਕਰਦੇ। ਅੱਜ ਨਸ਼ਾ ਵਿਕਦਾ ਆ। ਤੁਸੀਂ ਤੇ ਮੈਨੂੰ ਸਵਾਲ ਨਹੀਂ ਕੀਤਾ। ਮੈਂ ਤੁਹਾਡੇ ਚੈਨਲ ਦੇ ਦਾਅਵੇ ਨਾਲ ਕਹਿ ਸਕਦਾ ਕਿ 99% ਕੋਈ ਪੋਲੀਟੀਕਲ ਬੰਦਾ ਇਨਵੋਲਵ ਨਹੀਂ ਹੋਊਗਾ ਔਰ ਪੁਲਿਸ ਸਿੱਧੇ ਤੌਰ ਤੇ ਇਨਵੋਲਵ ਹੈ। ਔਰ ਮੈਂ ਕਿੰਨੀ ਵਾਰੀ ਇਹ ਗੱਲਾਂ ਕਹਿ ਚੁੱਕਾ। ਹੁਣ ਇੱਕ SHO ਦੇ ਘਰ ਦੇ ਲਾਗੇ ਵਿਕਦੀ ਆ, ਜਾਂ ਉਹ ਜਿਹੜਾ ਥਾਣਾ ਉਹਦੇ ਲਾਗੇ ਵਿਕਦੀ ਆ, ਤੇ ਪੋਲੀਟੀਕਲ ਬੰਦਾ ਜੇ ਕਰਦਾ ਤਾਂ ਸਿੱਧਾ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਦਿਓ, ਕਹੋ ਕਿ ਵੀ ਇਹ ਫਲਾਣੇ ਬੰਦੇ ਕਰਕੇ ਮੈਂ ਵੇਚਣ ਮੇਰੇ ਤੇ ਦਬਾਅ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ, ਕਿਉਂਕਿ ਬਿਊਰੋਕ੍ਰੇਸੀ ਬਹੁਤ ਲੰਬਾ ਸਮਾਂ ਇਹਨਾਂ ਦੇ ਕੋਲ ਰਹੀ ਹੈ 20 ਸਾਲ, ਔਰ ਬਿਊਰੋਕ੍ਰੇਸੀ ਦਾ ਬਾਦਲ ਕੇ ਵੀ ਰਾਜ ਰੱਜ ਕੇ ਕਰਾਇਆ ਤੇ ਕੈਪਟਨ ਸਾਹਿਬ ਨੇ ਵੀ ਕਰਾਇਆ। ਸੋ ਉਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਸ ਵੇਲੇ ਹੈਵੀ ਨੇ। ਮਤਲਬ ਪੋਲੀਟੀਕਲ ਬੰਦੇ ਦਾ ਤੇ ਦੇਖੋ 5 ਸਾਲਾਂ ਬਾਅਦ ਤੁਸੀਂ ਹਿਸਾਬ ਕਿਤਾਬ ਕਰ ਹੀ ਲੈਣਾ, ਮਾੜੇ ਚੰਗੇ ਦਾ। ਉਹਨਾਂ ਦਾ ਹਿਸਾਬ ਕਿਤਾਬ ਨਹੀਂ ਨਾ ਹੁੰਦਾ। ਨਹੀਂ, ਇਹ ਵੀ ਸਾਹਮਣੇ ਆਇਆ ਨਾ ਜੀ। ਦੇਖੋ ਪੈਸੇ ਲੈ ਕੇ ਜਦੋਂ ਨਿਯੁਕਤੀਆਂ ਹੁੰਦੀਆਂ, ਆਪਸ 'ਚ 2 ਮੰਤਰੀ ਕੈਬਨਿਟ 'ਚ ਲੜ ਜਾਂਦੇ ਨੇ ਵੀ SSP ਨੂੰ ਲਾਉਣ ਦੇ 40-50 ਲੱਖ ਰੁਪਇਆ ਲਾਇਆ ਜਾ ਰਿਹਾ ਹੈ। ਨਵਜੋਤ ਸਿੰਘ ਦੇ ਜਿਹੜੇ ਰਣਨੀਤੀਕਾਰ ਨੇ ਮੁਸਤਫਾ, ਉਹਨਾਂ ਨੇ ਵੀ ਕਿਹਾ ਵੀ 40 ਲੱਖ ਰੁਪਇਆ ਲੈ ਕੇ। ਮੁਸਤਫਾ ਸਾਹਿਬ ਨੂੰ ਉਸ ਸਮੇਂ ਦੱਸਣਾ ਇਹਦੇ ਜੋ ਕਪਤਾਨ ਦੀ ਗੱਲ ਸੀ, ਪਰ ਜਿਹੜੀ ਤੁਸੀਂ ਗੱਲ ਕਰਦੇ ਉਸ ਮੀਟਿੰਗ ਦੀ ਗੱਲ ਸਾਡੇ ਕੋਲ ਨੌਲੇਜ 'ਚ ਨਾ ਬਾਹਰ ਆਈ ਆ। ਉਹ ਤੇ ਇੱਕ ਤੁਹਾਡੇ ਸੋਰਸ ਰਾਹੀਂ ਗੱਲ ਕਰਦੇ ਨੇ, ਸੋਰਸ ਰਾਹੀਂ ਮੈਨੂੰ ਕਿਸੇ ਨੇ ਨਹੀਂ ਦੱਸਿਆ। ਭਗਵੰਤ ਮਾਨ ਨੇ ਕਿਹਾ ਵੀ ਅਸੀਂ ਤੇ ਆਪਣਾ ਦੂਲਾ ਜਿਹੜਾ ਅਨਾਉਂਸ ਕਰਤਾ, ਕਾਂਗਰਸ ਆਪਣਾ ਦੂਲਾ ਕਿਉਂ ਨਹੀਂ ਅਨਾਉਂਸ ਕਰ ਰਹੀ? ਭਗਵੰਤ ਮਾਨ ਵਿਚਾਰਾ ਸਾਈਡ ਨੂੰ ਕਰ ਲਾਂਗੇ, ਮਗਰ ਰਹਿਣਾ ਕੋਈ ਨਹੀਂ ਨਾ ਉੱਥੇ। ਕਿਤੇ ਯਕੀਨ ਕਰੋ, ਕੋਈ ਇਨਵੈਸਟਮੈਂਟ ਕਰ ਰਿਹਾ। ਅੱਜ ਭਾਟੀਆ ਸਾਹਿਬ ਦੇ ਇਨਵੈਸਟਮੈਂਟ ਕਰਦੇ ਦੇਖਦੇ ਇੱਥੇ ਆ ਕੇ ਕਿ ਭਾਟੀਆ ਸਾਹਿਬ ਤੋਂ ਬਗੈਰ ਉਹਦਾ ਬੇਟਾ ਜੀ, ਆਹ 5 ਇਹਨਾਂ ਦੀ ਟੀਮ ਹੈਗੀ, ਤਾਂ ਇੱਕ ਵਿਸ਼ਵਾਸ ਆਉਂਦਾ ਆ, ਚੰਗੇ ਲੋਕ ਇਹਨਾਂ ਦੇ ਨਾਲ ਜੁੜਦੇ ਆ। ਹੁਣ ਜੇ ਭਗਵੰਤ ਮਾਨ ਸਾਹਿਬ ਨੂੰ ਸਾਈਡ ਤੇ ਕਰ ਦੋ ਕਿ ਦੂਜਾ ਲੀਡਰ ਕੌਣ ਹੈ ਜੇ ਤੇ ਪੰਜਾਬ ਵਿਸ਼ਵਾਸ ਕਰੇ? ਸਾਡੇ ਤਾਂ ਹੁਣ ਦੇਖੋ, ਸਾਡੇ ਕੋਲ ਤੇ ਨਵਜੋਤ ਸਿੱਧੂ ਹੋਣੀ ਹੈ, ਚੰਨੀ ਜੀ ਨੇ, ਜਾਖੜ ਸਾਹਿਬ ਨੇ, ਪ੍ਰਤਾਪ ਬਾਜਵਾ ਹੈ, ਰਮਨੀਤ ਬਿੱਟੂ ਹੈ, ਸੁਖੀ ਜੀ ਨੇ, ਸੋਨੀ ਜੀ ਨੇ, ਕਿਹੜੇ ਮਤਲਬ ਕਿੰਨਾ ਜਿਨ੍ਹਾਂ ਨੇ ਸਾਰੀਆਂ ਹਰੀਆਂ ਉਮਰਾਂ ਲੋਕਾਂ ਚਲਾਈਆਂ ਨੇ। ਠੀਕ ਹੈ ਜੀ। ਹੁਣ ਭਗਵੰਤ ਮਾਨ ਜੀ ਉਹਨਾਂ ਨੂੰ ਤੁਸੀਂ ਸਾਈਡ ਤੇ ਕਰੋ ਤੇ ਸੈਕਿੰਡ ਬੰਦੇ ਕਿਤੇ ਜੇ ਫਰਜ਼ ਕਰੋ ਭਗਵੰਤ ਮਾਨ ਜੀ ਫੇਲ ਹੁੰਦੇ ਤੇ ਪੰਜਾਬ ਕਿੱਧਰ ਨੂੰ ਜਾਊਗਾ? 10-5 ਸਾਲ। ਰਾਹੁਲ ਗਾਂਧੀ ਆ ਰਹੇ ਨੇ ਕੱਲ, ਉਹਦੇ ਬਾਰੇ ਕੀ? ਉਹਨਾਂ ਦਾ ਪ੍ਰੋਗਰਾਮ ਬਣਿਆ, ਉਹਨਾਂ ਨੇ ਮੱਥਾ ਟੇਕਣਾ ਗੁਰੂ ਘਰ, ਕਿਉਂਕਿ ਕੋਈ ਵੀ ਸ਼ੁਭ ਕੰਮ ਕਰਨਾ ਹੋਵੇ ਤਾਂ ਅਸੀਂ ਗੁਰੂ ਘਰ ਤੋਂ ਸ਼ੁਰੂ ਕਰਦੇ। ਸੋ ਜਿਹੜੇ ਪੇਪਰ ਫਾਈਲ ਹੋਣੇ ਨੇ ਉਹ ਸਾਰੇ ਕੈਂਡੀਡੇਟ ਨੇ ਕਰਨੇ ਨੇ। ਉਹ ਸਾਰੇ 117 ਦੇ ਨਾਲ ਦਰਬਾਰ ਸਾਹਿਬ ਨਤਮਸਤਕ ਹੋਣਗੇ, ਫਿਰ ਦੁਰਗਿਆਣੀ ਜਾਣਗੇ, ਫਿਰ ਬਾਲਮਿਕ ਤੀਰਥ ਜਾਣਗੇ। ਇੱਕ ਇਹ ਵੀ ਹੈ ਜੀ, ਜਿਹੜੀ ਕਾਂਗਰਸ 'ਚ ਕਾਟੋ ਕਲੇਸ਼ ਪਿਆ ਟਿਕਟਾਂ ਦੀ ਵੰਡ ਨੂੰ ਲੈ ਕੇ, ਜਿਹਨੂੰ ਨਹੀਂ ਮਿਲਦੀ ਉਹ ਵਿਰੋਧ 'ਚ ਆ ਗਿਆ ਜੀ। ਇਹ ਹੁੰਦਾ ਹੀ ਆ ਕੁਦਰਤੀ ਗੱਲ। ਜਿਹੜੇ 4 ਬੰਦੇ ਟਿਕਟਾਂ ਜੇ ਮੰਗਦੇ ਤਾਂ ਉਹਨਾਂ ਨੇ ਇਹ ਤੇ ਹੋਣਾ ਹੀ ਵਿਰੋਧ ਹੋਣਾ ਤੇ ਸਾਡੇ ਲਾਜ਼ਮੀ, ਜਿਹਨੂੰ ਨਹੀਂ ਮਿਲੇਗੀ ਵਿਰੋਧ ਕਰੇਗਾ ਹੀ, ਕੁਦਰਤੀ ਗੱਲ ਹੈ। ਕਾਂਗਰਸ ਕਿਸ ਬੇਸ ਤੇ ਲੋਕਾਂ 'ਚ ਜਾਏਗੀ ਟਿਕਟ ਮੰਗੀ? ਜੇ ਬੇਸ ਵੀ ਨਹੀਂ ਪਤਾ ਲੱਗਾ, ਇਹ ਸਾਰਾ ਕੁਝ ਤੁਹਾਡੇ ਸਾਹਮਣੇ ਨਹੀਂ, ਮਾਫੀਆ ਰਾਜ ਹੈ, ਸਭ ਕੁਝ ਹੈ, ਆਪਣੇ ਹੀ ਕਹਿ ਰਹੇ ਨੇ ਵੀ ਲੁੱਟ ਕੇ ਖਾ ਗਏ। ਨਹੀਂ, ਦੇਖੋ ਜਿਹੜੇ ਕੰਮ ਕੀਤੇ ਨੇ, ਜਿਹੜੇ ਚੰਨੀ ਸਾਹਿਬ ਦੇ ਕੀਤੇ ਕੰਮ, 111 ਕੰਮਾਂ ਨੂੰ ਤੁਸੀਂ ਡੇਲੀ ਦੀ ਜਗ੍ਹਾ ਵਿਖਾਇਆ ਕਰੋ ਨਾ। 111 ਕੰਮਾਂ 'ਚ ਲੋਕਾਂ ਨੂੰ ਕੋਈ ਫੈਸਲਾ ਕਰੋ। ਬੱਤੀ ਤੇ ਬਿੱਲ ਗਰੀਬ ਨੂੰ ਪੁੱਛੋ, ਆੜੇ ਵਿਚਾਰੇ ਤੁਰੇ ਫਿਰਦੇ ਨੇ ਇੱਥੇ ਦਿਹਾੜੀ ਲਾ ਰਹੇ ਆ। ਗਰੀਬ ਨੂੰ ਤਾਂ ਕੁਝ ਮਿਲਿਆ ਨਹੀਂ, ਵਿਚਾਰੇ ਨੂੰ 75 ਸਾਲਾਂ ਤੋਂ ਧੱਕੇ ਖਾ ਰਿਹਾ। ਇਹ ਆਪਾਂ ਸਿਰਫ ਮੀਡੀਆ ਤੇ ਕਹਿੰਦੇ ਆ ਕੁਝ ਨਹੀਂ ਮਿਲਿਆ। ਉਹਨਾਂ ਨੂੰ ਪੁੱਛੋ ਨਾ ਜਿਨ੍ਹਾਂ ਦੇ 25 50 ਹਜ਼ਾਰ ਲੱਖ ਬਿੱਲ ਮਾਫ ਹੈ, ਉਹਨਾਂ ਦੇ ਘਰਾਂ 'ਚ ਵੀ ਜਾਓ। ਆਪਾਂ ਸਿਰਫ ਇੱਕ ਪਰਸੈਪਸ਼ਨ ਬਣਾਉਣਾ ਸੀ ਤੋਂ ਕਹਿਣਾ ਗਰੀਬ ਨੂੰ ਕੁਝ ਨਹੀਂ ਮਿਲਿਆ। ਦੂਜੀ ਗੱਲ 51,000 ਸਗਨ ਵੀ ਕੀਤਾ। ਤੀਜੀ ਗੱਲ ਪੈਨਸ਼ਨ ਵੀ ਵਧਾਈ, ਰਾਸ਼ਨ ਪ੍ਰੋਪਰ ਜਾਂਦਾ ਰਿਹਾ। ਕਰੋਨਾ ਦੇ ਵਿੱਚ ਕਿਹੜਾ ਬੰਦਾ ਜਿਹੜਾ ਸਾਡੇ ਨੇ ਕੰਮ ਨਹੀਂ ਫੀਲਡ 'ਚ ਰਹਿ ਕੇ ਕੀਤਾ? ਸੋ ਜਿੰਨਾ ਕੁ ਸਾਨੂੰ ਅਲਾਓ ਕਰਦਾ ਖਜ਼ਾਨਾ, ਉਹਨਾਂ ਕੁ ਕਰਨ ਦੀ ਕੋਸ਼ਿਸ਼ ਅਸੀਂ ਕਰਦੇ। ਜੇ ਖਜ਼ਾਨਾ ਅਲਾਓ ਨਹੀਂ ਕਰਦਾ ਉਹ ਤੇ ਫਿਰ ਕਿਵੇਂ ਕਰ ਸਕਦੇ? ਉਹ ਤੇ ਭਰ ਨਹੀਂ ਪਊਗਾ। ਕਰੋੜਾਂ ਰੁਪਏ ਕਰਜ਼ਾ ਕੌਣ ਜ਼ਿੰਮੇਦਾਰ ਹੈ?
ਸਾਰੇ ਜ਼ਿੰਮੇਦਾਰ ਹੈ। ਦੇਖੋ ਇਹ ਸਨ ਸੰਸਦ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਦਾ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੇ ਨਾਂ ਸਾਰਵਜਨਿਕ ਕਰਨੇ ਚਾਹੀਦੇ ਨੇ ਜਿਹੜੇ ਲੋਕ ਮਾਫੀਆ 'ਚ ਸ਼ਾਮਲ ਨੇ, ਕਿਉਂਕਿ ਇਸ ਤਰ੍ਹਾਂ ਪੂਰੇ ਲੋਕ ਬਦਨਾਮ ਹੁੰਦੇ। ਇਹਨਾਂ ਦਾ ਇਹ ਵੀ ਕਹਿਣਾ ਕਿ ਅਫਸਰਸ਼ਾਹੀ ਹੀ ਜਿੰਨਾ ਵੀ ਕ੍ਰਾਈਮ ਹੁੰਦਾ ਉਹ ਹੀ ਕਰਾ ਰਹੀ ਹੈ, ਕਿਉਂਕਿ ਅਫਸਰ ਆਪਣੀ ਮਰਜ਼ੀ ਨਾਲ ਕੰਮ ਕਰਦੇ ਨੇ। 20 ਸਾਲਾਂ ਤੋਂ ਇਹੋ ਹੀ ਲੋਕ ਕੰਮ ਕਰ ਰਹੇ ਨੇ। ਹੁਣ ਲੋਕਾਂ ਨੂੰ ਵੇਖਣਾ ਹੈ ਕਿ ਵੋਟ ਕਿਹਨੂੰ ਦੇਣਾ 20 ਫਰਵਰੀ ਨੂੰ, ਆਉਣ ਵਾਲੀ ਸਰਕਾਰ ਕਿਹਦੀ ਬਣੇਗੀ, ਪੰਜਾਬ ਦਾ ਭਲਾ ਹੋਏਗਾ ਜਾਂ ਐਵੇਂ ਹੀ ਪੰਜਾਬ ਜਿਵੇਂ ਪਿਸ ਰਿਹਾ ਇਸ ਤਰ੍ਹਾਂ ਪਿਸਦਾ ਰਹੇਗਾ। ਅੰਮ੍ਰਿਤਸਰ ਤੋਂ D4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।